8ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ, ਸਰਕਾਰ ਵੱਲੋਂ ਪੰਜਾਬ ਐਜੂਕੇਅਰ ਐਪ ਦੇ ਉੱਤੇ ਪਾਏ ਗਏ ਇੱਕ ਨੰਬਰ ਵਾਲੇ 80 ਸਵਾਲ, ਜਿਨ੍ਹਾਂ ਦੇ ਵਿੱਚੋਂ 40 ਸਵਾਲਾਂ ਦੀ ਵੀਡੀਓ ਤੁਹਾਨੂੰ ਮੈਂ ਆਲਰੇਡੀ ਪਹਿਲਾਂ ਹੀ ਬਣਾ ਕੇ ਭੇਜ ਚੁੱਕਾ। ਹੁਣ 41 ਤੋਂ 75 ਕੁਐਸਚਨਸ ਤੱਕ ਦੀ ਵੀਡੀਓ ਤੁਹਾਨੂੰ ਬਣਾ ਕੇ ਭੇਜ ਰਿਹਾ। ਇਹਨਾਂ 75 ਕੁਐਸਚਨਾਂ ਦੇ ਵਿੱਚੋਂ ਬੇਟਾ 32 ਨੰਬਰ ਦਾ ਪੇਪਰ ਆਉਣ ਦੇ ਪੂਰੇ ਚਾਂਸ ਨੇ, ਇਸ ਕਰਕੇ ਧਿਆਨ ਨਾਲ ਦੇਖਣਾ ਹੈ। 32 ਨੰਬਰ ਦੀ ਤਿਆਰੀ ਕਰਨੀ ਹੈ 80 ਦੇ ਵਿੱਚੋਂ। ਪਹਿਲਾ ਕੁਐਸਚਨ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦਾ 41 ਕੁਐਸਚਨ, 2 ਦੀ ਘਾਤ -3 ਦਾ ਮੁੱਲ -6 ਹੈ। ਬੇਟਾ ਯਾਦ ਰੱਖੋ, ਘਾਤ ਨੂੰ ਆਧਾਰ ਨਾਲ ਗੁਣਾ ਕਦੇ ਵੀ ਨਹੀਂ ਕਰਦੇ। 2 ਦੀ ਘਾਤ -3 ਦਾ ਮਤਲਬ ਹੈ 2 ਨੂੰ 3 ਵਾਰੀ ਗੁਣਾ ਕਰਨਾ, ਤੇ ਮਾਈਨਸ ਜਿਹੜਾ ਉੱਪਰ ਲੱਗਾ ਉਹਦਾ ਮਤਲਬ ਹੁੰਦਾ ਹੈ ਕਿ ਹਰ ਵਿੱਚ ਕਰਨਾ। ਇਹਦਾ ਮਤਲਬ 2 ਗੁਣਾ 2 ਤਾਂ 8 ਹੁੰਦਾ ਹੈ, ਇਸ ਕਰਕੇ ਇਹ ਗਲਤ ਹੋਏਗਾ। ਹੱਲ ਕਰਨ ਦੀ ਵੀ ਲੋੜ ਨਹੀਂ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ 2 ਦੀ ਘਾਤ 3 ਹੈ, ਤਾਂ ਮਤਲਬ 2 ਦੀ ਘਾਤ 3, ਦੇਖੋ ਮੈਂ ਤੁਹਾਨੂੰ ਸਿੰਪਲ ਵੇ ਨਾਲ ਸਮਝਾਉਣਾ। 2 ਦੀ ਘਾਤ 3 ਦਾ ਮਤਲਬ ਹੁੰਦਾ ਹੈ 2 ਗੁਣਾ 2 ਜੋ ਕਿ 8 ਆਉਂਦਾ ਹੈ। ਲੇਕਿਨ ਜੇ 2 ਦੀ ਘਾਤ -3 ਹੋਵੇ ਤਾਂ 1/2 ਗੁਣਾ 1/2 ਗੁਣਾ 1/2 ਮਤਲਬ 1/8 ਆਉਂਦਾ ਹੈ। ਤੇ ਜੇ ਸਾਡੇ ਕੋਲ ਆਹ ਆਨਸਰ ਹੋਣੇ ਚਾਹੀਦੇ ਨੇ, ਨਾ ਕਿ -6। ਠੀਕ ਹੈ, ਇਸ ਕਰਕੇ ਗਲਤ ਕਿਹਾ ਜਾ ਰਿਹਾ ਹੈ। ਅਗਲਾ ਕੁਐਸਚਨ ਦੇਖੋ, ਇੱਕ ਵੇਲਣ ਜਿਸ ਦੀ ਉਚਾਈ ਅਤੇ ਅਰਧ ਵਿਆਸ 1 ਸੈਂਟੀਮੀਟਰ ਹੈ। ਦੇਖੋ, ਵੇਲਣ ਦੀ ਉਚਾਈ ਵੀ 1 ਹੈ, ਵੇਲਣ ਦਾ ਅਰਧ ਵਿਆਸ ਵੀ 1 ਹੈ, ਤਾਂ ਉਸ ਦੀ ਕੁੱਲ ਸਤਾਰਾ ਖੇਤਰਫਲ, ਬੇਟਾ ਵੇਲਣ ਦੀ ਕੁੱਲ ਸਤਾਰਾ ਖੇਤਰਫਲ ਹੁੰਦਾ ਹੈ 2πr ਬ੍ਰੈਕਟ ਦੇ ਵਿੱਚ r + h। ਯਾਦ ਰੱਖਣਾ ਹੈ ਵੇਲਣ ਦੀ ਕੁੱਲ ਸਤਾਰਾ ਖੇਤਰਫਲ। ਹੁਣ ਇਹਦੇ ਵਿੱਚ 2πr ਨੂੰ ਆਪਾਂ 1 ਭਰਨਾ ਹੈ, ਬ੍ਰੈਕਟ ਦੇ ਵਿੱਚ 1 + 1 2, 1 + 1 2 ਹੋ ਗਏ, 2 ਗੁਣਾ 2 4π ਆਂਸਰ ਆ ਗਿਆ। ਔਰ ਇਹ ਵੀ ਬਿਲਕੁਲ ਸਹੀ ਕਹਿ ਰਿਹਾ ਸੀ ਬੇਟਾ, ਦੇਖੋ 4π ਹੁੰਦਾ ਹੈ ਤੇ ਸਹੀ ਕਹਿ ਰਿਹਾ ਹੈ, ਟਰੂ। If height and radius of cylinder are 1, then the total surface area will be 4π। ਅਸੀਂ ਕੱਟ ਕੇ ਦੇਖਿਆ 4π ਹੀ ਆਇਆ ਹੈ, ਇਸ ਕਰਕੇ ਬਿਲਕੁਲ ਸਹੀ ਆਂਸਰ ਹੈ। 43ਵਾਂ ਕੁਐਸਚਨ ਦੇਖੋ, ਕਿਸੇ ਸੌਫਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ। ਧਿਆਨ ਨਾਲ ਸੁਣਨਾ ਹੈ, ਜਿਹੜੀ ਮਸ਼ੀਨ ਨੂੰ ਜੇ 6 ਘੰਟੇ ਲਗਾਤਾਰ ਮਸ਼ੀਨ ਨੂੰ ਚਲਾ ਕੇ ਰੱਖੀਏ ਤੇ ਕੰਮ ਕਰਦੇ ਰਹੀਏ ਤਾਂ 840 ਬੋਤਲਾਂ ਭਰੀਆਂ ਜਾਂਦੀਆਂ ਨੇ। ਜੇ ਉਹ ਮਸ਼ੀਨ 5 ਘੰਟੇ ਵਿੱਚ ਕਿੰਨੀਆਂ ਬੋਤਲਾਂ ਭਰੇਗੀ? ਜੇ ਮਸ਼ੀਨ ਨੂੰ ਅਸੀਂ 5 ਘੰਟੇ ਚਲਾਉਂਦੇ ਤਾਂ ਉਹ ਕਿੰਨੀਆਂ ਬੋਤਲਾਂ ਭਰਦੀ? ਗੱਲ ਨੂੰ ਧਿਆਨ ਰੱਖੋ। ਦੇਖੋ, ਇੱਥੇ ਇੱਕ ਤਾਂ ਸਮਾਂ ਹੈ, ਇੱਕ ਬੋਤਲਾਂ ਦੀ ਸੰਖਿਆ ਹੈ। ਹੁਣ ਤੁਸੀਂ ਇਹ ਦੱਸਣਾ ਹੈ ਕਿ ਸਮਾਂ ਜੇ ਘਟਾਈਏ ਤਾਂ ਬੋਤਲਾਂ ਵੀ ਘਟਦੀਆਂ ਨੇ। ਬਿਲਕੁਲ ਘਟਦੀਆਂ ਨੇ। ਜਿੰਨਾ ਘੱਟ ਸਮਾਂ 'ਚ ਮਸ਼ੀਨ ਚਲਾਵਾਂਗੇ, 5 ਘੰਟੇ ਚਲਾਵਾਂਗੇ, ਤਾਂ ਬੋਤਲਾਂ ਵੀ ਤਾਂ ਘੱਟ ਭਰਨਗੀਆਂ ਨਾ। ਇਹਦਾ ਮਤਲਬ ਜਦੋਂ ਕੋਈ ਚੀਜ਼ ਘਟਾਉਂਦੇ ਆ, ਸਮੇਂ ਨੂੰ ਘਟਾਉਂਦੇ ਆ, ਤਾਂ ਬੋਤਲਾਂ ਵੀ ਘਟਦੀਆਂ ਪਈਆਂ। ਇਹਦਾ ਮਤਲਬ ਇਹ ਸਿੱਧਾ ਅਨੁਪਾਤ ਹੈ। ਸਿੱਧਾ ਅਨੁਪਾਤ ਦਾ ਮਤਲਬ ਹੁੰਦਾ ਹੈ ਇੱਕ ਚੀਜ਼ ਨੂੰ ਘਟਾਉਣ ਤੇ ਦੂਜੀ ਵੀ ਘਟੇ। ਤੇ ਉਹ ਵੀ ਇਹੀ ਕਹਿ ਰਿਹਾ ਕਿ ਇਹ ਪ੍ਰਸ਼ਨ ਇੱਕ ਸਿੱਧੇ ਅਨੁਪਾਤ ਦੀ ਉਦਾਹਰਨ ਹੈ। In a soft drink factory, a machine fill 840 bottles in 6 hours. How many bottles will it fill in 5 hours? This question is an example of direct proportion। ਬਿਲकुल ਸਹੀ ਕਹਿ ਰਿਹਾ ਉਹ, ਕਿਉਂਕਿ ਜੇਕਰ ਮੈਂ ਟਾਈਮ ਘਟਾ ਰਿਹਾ ਤਾਂ ਬੋਟਲਸ ਵੀ ਘਟ ਰਹੀਆਂ ਨੇ, ਇਸ ਕਰਕੇ ਸਿੱਧਾ ਅਨੁਪਾਤ ਹੈ। 44ਵਾਂ ਕੁਐਸਚਨ ਦੇਖੋ, ਜੇਕਰ ਕਿਸੇ ਵਰਗ ਦੀ ਇੱਕ ਭੁਜਾ ਪਤਾ ਹੈ, ਵਰਗ ਦੀ ਭੁਜਾ ਪਤਾ ਹੈ, ਤਾਂ ਵਰਗ ਦੀ ਰਚਨਾ ਕੀਤੀ ਜਾ ਸਕਦੀ ਹੈ। ਬਿਲਕੁਲ, ਕਿਉਂਕਿ ਵਰਗ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ। ਜੇਕਰ ਮੈਨੂੰ ਕਿਹਾ ਗਿਆ ਵਰਗ 4 ਸੈਂਟੀਮੀਟਰ ਦੀ ਭੁਜਾ ਬਣਾਓ, ਮੈਂ 4 ਸੈਂਟੀਮੀਟਰ ਦੀ ਲਾਈਨ ਖਿੱਚੂੰਗਾ, ਫਿਰ 90 ਦਾ ਕੋਣ ਬਣਾਊਂਗਾ, 90 ਦਾ ਕੋਣ ਬਣਾਊਂਗਾ, 4 ਸੈਂਟੀਮੀਟਰ ਕੱਟੂੰਗਾ, 4 ਸੈਂਟੀਮੀਟਰ ਦੀ ਜੁਆਇਨ ਕਰ ਦੂੰਗਾ, ਸਾਰੀਆਂ 4 ਬਣ ਜੂਗਾ ਨਾ। ਇਹਦਾ ਮਤਲਬ ਇੱਕ ਵਰਗ ਨੂੰ ਬਣਾਉਣ ਲਈ ਸਿਰਫ ਇੱਕ ਭੁਜਾ ਦੀ ਲੋੜ ਹੁੰਦੀ ਹੈ। ਬਿਲਕੁਲ ਸਹੀ ਕਹਿ ਰਿਹਾ ਹੈ। If one side of a square is given, then we can construct it। Yes, ਬਿਲਕੁਲ true। ਦਿੱਤਾ ਗ੍ਰਾਫ ਸਮੇਂ ਅਤੇ ਤਾਪਮਾਨ ਵਿੱਚ ਡੈਸ਼ ਹੈ, ਸੰਭਵ ਹੈ ਜਾਂ ਅਸੰਭਵ ਹੈ? ਦੇਖੋ, ਜਿੱਦਾਂ ਸਮਾਂ ਵੱਧ ਰਿਹਾ ਹੈ, ਜਿੱਦਾਂ ਸਮਾਂ, ਤੁਸੀਂ ਧਿਆਨ ਨਾਲ ਦੇਖਣਾ ਹੈ, ਜਿੱਦਾਂ ਅਸੀਂ ਸਮਾਂ ਨੂੰ ਵਧਾ ਰਹੇ ਹਾਂ, 1 ਘੰਟਾ 2 ਘੰਟੇ 3 ਘੰਟੇ, ਤਾਪਮਾਨ ਵੀ ਵੱਧਦਾ ਜਾ ਰਿਹਾ ਹੈ। ਇਜ਼ ਇਟ ਪੋਸੀਬਲ? ਯੈਸ। ਸਵੇਰੇ ਤੋਂ ਦੁਪਹਿਰ ਤੱਕ ਜਿੱਦਾਂ ਟਾਈਮ ਵੱਧਦਾ ਜਾਂਦਾ ਹੈ, ਸਾਡਾ ਤਾਪਮਾਨ ਵੀ ਵੱਧਦਾ ਜਾਂਦਾ ਹੈ ਤੇ ਗਰਮੀ ਥੋੜ੍ਹੀ ਜਿਹੀ ਵੱਧਦੀ ਜਾਂਦੀ ਹੈ। ਬਿਲਕੁਲ ਸੰਭਵ ਹੈ, ਇਟਸ ਪੋਸੀਬਲ। 46ਵਾਂ ਕੁਐਸਚਨ ਤੁਹਾਡੇ ਸਾਹਮਣੇ ਹੈ ਬੇਟਾ, ਧਿਆਨ ਨਾਲ ਦੇਖਣਾ ਹੈ। ਉਮੀਦ ਕਰ ਰਿਹਾ ਤੁਹਾਨੂੰ ਸਮਝ ਆ ਰਹੀ ਹੋਏਗੀ। ਇੱਕ ਸੰਖਿਆ ਜਿਸ ਦਾ ਇਕਾਈ ਅੰਕ 5 ਹੋਵੇ, ਉਹ ਹਮੇਸ਼ਾ ਡੈਸ਼ ਦਾ ਗੁਣਜ ਹੁੰਦੀ ਹੈ। ਮੈਂ ਤੁਹਾਨੂੰ ਦੱਸਿਆ ਸੀਗਾ, ਜਿਸ ਸੰਖਿਆ ਦਾ ਇਕਾਈ ਅੰਕ 5 ਹੋਵੇ, ਹਮੇਸ਼ਾ ਉਹ 5 ਤੇ ਪਲਟ ਤੇ ਜਾਂਦੀ ਹੈ। ਰਕਮ 5 ਦਾ ਗੁਣਜ ਹੁੰਦੀ ਹੈ। ਅ ਨੰਬਰ ਹੂਜ਼ ਯੂਨਿਟ ਡਿਜਿਟ ਇਜ਼ 5 ਇਜ਼ ਆਲਵੇਜ਼ ਅ ਮਲਟੀਪਲ ਆਫ 5। ਫਿਲਿੰਗ ਦਾ ਬਲੈਂਕ ਸੀਗਾ, 5 ਜਾਂ 2 ਦੇ ਵਿੱਚ ਕਲਿੱਕ ਕਰਨਾ ਸੀ, ਅਸੀਂ 5 ਨੂੰ ਟਿਕ ਕੀਤਾ ਹੈ ਬੇਟਾ। ਦਿੱਤੇ ਗਏ ਪਾਈ ਚਾਰਟ ਵਿੱਚ ਇੱਕ ਸਕੂਲ ਦੇ ਲੜਕੇ ਅਤੇ ਲੜਕੀਆਂ ਦੀ ਗਿਣਤੀ ਦਰਸਾਈ ਗਈ ਹੈ। ਦੇਖੋ ਧਿਆਨ ਨਾਲ, ਇਹ ਸਾਰਾ ਪੋਰਸ਼ਨ ਲੜਕੀਆਂ ਦਾ ਤੇ ਆਹ ਪੋਰਸ਼ਨ ਲੜਕੇ ਦਾ ਹੈ। ਠੀਕ ਹੈ ਜੀ।
ਜੇਕਰ ਇਸ ਸਕੂਲ ਦੇ ਕੁੱਲ ਵਿਦਿਆਰਥੀਆਂ ਦੀ ਗਿਣਤੀ 400 ਹੋਵੇ ਤਾਂ ਲੜਕੀਆਂ ਦੀ ਗਿਣਤੀ ਕਿੰਨੀ ਹੋਏਗੀ? ਬੇਟਾ ਦੇਖੋ ਲੜਕੀਆਂ ਕਿੰਨੀ ਹੈ 270 ਡਿਗਰੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਾਈ ਚਾਰਟ ਦੇ ਵਿੱਚ ਸਮਝਾਇਆ ਜਾ ਚੁੱਕਾ ਹੈ ਕਿ ਜਿੰਨੀ ਡਿਗਰੀ ਦਿੱਤੀ ਹੈ ਉਹ ਉੱਪਰ ਲਿਖ ਲਿਓ, ਟੋਟਲ ਡਿਗਰੀ ਜੋੜ ਕੇ 360 ਹਮੇਸ਼ਾ ਨੀਚੇ ਰੱਖਣੀ ਹੈ ਤੇ ਗੁਣਾ ਟੋਟਲ ਬੱਚੇ ਕਿੰਨੇ ਦਿੱਤੇ ਗਏ ਨੇ ਬੇਟਾ 400। ਠੀਕ ਹੈ ਜੀ, 0 ਨਾਲ 0 ਕੱਟਿਆ। ਠੀਕ ਹੈ ਜੀ, 9 ਏਕਮ 9, 9 ਤੀਆ 27, 9 ਚੌਕਾ 36, 9 ਦੇ ਪਹਾੜੇ ਤੇ ਕਟਿੰਗ ਹੋ ਗਈ। 4 ਦੇ ਪਹਾੜੇ ਤੇ ਅੱਗੇ ਕਟਿੰਗ ਕਰੀਏ ਤਾਂ 4 ਏਕਮ 4 ਤੇ 400 ਗੁਣਾ 4 400, 100 ਤੇ 3 ਗੁਣਾ ਕੀਤਾ 300। ਦਿੱਤੇ ਗਏ ਪਾਈ ਚਾਰਟ ਵਿੱਚ ਲੜਕੀਆਂ ਦੀ ਗਿਣਤੀ ਦਰਸਾਈ ਗਈ ਹੈ। ਜੇਕਰ ਸਕੂਲ ਦੇ ਕੁੱਲ ਵਿਦਿਆਰਥੀ ਦੀ ਗਿਣਤੀ 400 ਹੋਵੇ ਤਾਂ ਲੜਕਿਆਂ ਬੇਟਾ ਲੜਕੀਆਂ ਲੜਕੀਆਂ ਨਹੀਂ ਹੈ ਲੜਕਿਆਂ ਹੈ ਤੇ ਅਸੀਂ ਇੱਦਾਂ ਪਤਾ ਕੀਤਾ ਲੜਕੀਆਂ 300 ਹੈ ਤਾਂ ਅੰਡਰਸਟੂਡ ਹੈ ਲੜਕੇ 400 ਦੇ ਵਿੱਚੋਂ 300 ਘਟਾ ਕੇ 100 ਹੋਣਗੇ। ਇੱਕ ਹੋਰ ਤਰੀਕਾ ਤੁਹਾਨੂੰ ਦੱਸਦਾ ਹਾਂ, ਇਸ ਤਰੀਕੇ ਨੂੰ ਜੇ ਛੱਡ ਦਈਏ ਤਾਂ 90 ਡਿਗਰੀ ਸੀ ਨਾ ਲੜਕੇ, ਤਾਂ 90 ਉੱਪਰ ਰੱਖਾਂਗੇ ਹੁਣ ਆਪਾਂ, 360 ਥੱਲੇ ਰੱਖਾਂਗੇ ਤੇ ਗੁਣਾ 400। ਠੀਕ ਹੈ ਨਾ, 0 ਨਾਲ 0 ਕੱਟੀ ਗਈ, 9 ਏਕਮ 9, 9 ਚੌਕਾ 36, 4 ਏਕਮ 4, 4 ਨੂੰ 100 ਨਾਲ ਕਿੱਦਾਂ 100, ਤਾਂ 100 ਲੜਕੇ ਹੋਣਗੇ ਤੇ 300 ਲੜਕੀਆਂ। ਇਹ ਲੜਕੇ ਪੁੱਛੇ ਗਏ, ਜਦੋਂ ਕਾਂ ਨੂੰ ਛੋਟੀ ਦੀ ਮਾਤਰਾ ਇੱਧਰ ਹੁੰਦੀ ਹੈ ਤਾਂ ਉਹ ਲੜਕੇ ਦੀ ਗੱਲ ਕਰਦਾ ਪਿਆ। ਠੀਕ ਹੈ, ਜਦੋਂ ਵੱਡੀ ਦੀ ਮਾਤਰਾ ਹੁੰਦੀ ਹੈ ਤਾਂ ਫਿਰ ਲੜਕੀ ਦੀ ਗੱਲ ਹੁੰਦੀ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਅਦਰਵਾਈਜ਼ ਤੁਸੀਂ ਇੰਗਲਿਸ਼ ਦੇ ਵਿੱਚ ਵੀ ਦੇਖ ਸਕਦੇ ਹੋ, ਉਸਨੇ ਕੀ ਪੁੱਛਿਆ, ਇਫ ਦਾ ਟੋਟਲ ਨੰਬਰ ਆਫ ਸਟੂਡੈਂਟਸ ਇਨ ਦਾ ਸਕੂਲ ਇਜ਼ 400 ਦੈਨ ਨੰਬਰ ਆਫ ਬॉयਜ਼ ਪੁੱਛੇ ਗਏ ਨਾ, ਲੜਕੇ ਪੁੱਛੇ ਗਏ ਨੇ। ਇਸ ਕਰਕੇ 90 ਉੱਪਰ ਰੱਖਣਾ ਹੈ, 360 ਥੱਲੇ ਤੇ ਟੋਟਲ ਬੱਚੇ 400 ਸੇ ਉਹਨਾਂ ਨਾਲ ਗੁਣਾ ਕਰਨੀ ਹੈ। ਤੇ ਇਸ ਤਰ੍ਹਾਂ ਸਾਡਾ 48ਵਾਂ ਸਵਾਲ ਵੀ ਕੰਪਲੀਟ ਹੋ ਗਿਆ ਹੈ। ਬੇਟਾ ਇੱਕ 47ਵਾਂ ਸਵਾਲ ਦੇਖੋ, ਇਹ ਰਹਿ ਗਿਆ ਵਿੱਚ, ਵਰਗ ਦਾ ਹਰੇਕ ਕੋਣ ਕਿੰਨਾ ਹੁੰਦਾ? ਸਾਰਿਆਂ ਨੂੰ ਪਤਾ ਵਰਗ ਦਾ ਹਰੇਕ ਕੋਣ 90 ਡਿਗਰੀ ਦਾ ਹੁੰਦਾ ਹੈ। ਈਚ ਐਂਗਲ ਆਫ ਸਕੁਅਰ ਇਜ਼ 90 ਡਿਗਰੀ। ਤੇ ਇਹ ਸਾਡਾ 47ਵਾਂ ਤੇ 48ਵਾਂ ਸਵਾਲ ਦੋਨੋਂ ਕੰਪਲੀਟ ਹੋ ਗਏ ਨੇ। ਹੁਣ 49ਵੇਂ ਸਵਾਲ ਦੇ ਵੱਲ ਚੱਲਦੇ ਹਾਂ। ਇੱਕ ਆਇਤਾਕਾਰ ਬਕਸੇ ਦੀ ਲੰਬਾਈ ਵੀ ਦਿੱਤੀ ਗਈ ਹੈ, ਦੇਖੋ ਚੌੜਾਈ ਵੀ ਦਿੱਤੀ ਗਈ ਹੈ। ਖੇਤਰਫਲ ਪਤਾ ਕਰਨਾ। ਸਾਰਿਆਂ ਨੂੰ ਪਤਾ ਬੇਟਾ ਖੇਤਰਫਲ ਹੁੰਦਾ ਲੰਬਾਈ 5a ਗੁਣਾ ਚੌੜਾਈ 6a। ਮੈਥ ਵਾਲੇ ਅੱਖਰ ਨੂੰ ਮੈਥ ਨਾਲ ਗੁਣਾ ਕਰਦੇ ਆ, 6 5 30, ਏ ਦੀ ਘਾਤ 1, ਏ ਦੀ ਘਾਤ 1 ਬਣ ਗਈ, ਏ ਦੀ ਘਾਤ 2। ਤੇ ਪਹਿਲਾ ਹੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਪਸ਼ਨ ਹੋਏਗਾ। ਦ ਲੈਂਥ ਐਂਡ ਦ ਬ੍ਰੈਥ ਆਫ ਦ ਰੈਕਟੈਂਗੂਲਰ ਬਾਕਸਿਸ ਆਰ 5a ਐਂਡ 6a, ਫਾਈਂਡ ਦ ਏਰੀਆ ਆਫ ਦ ਬਾਕਸ, ਜਸਟ ਮਲਟੀਪਲਾਈ ਲੈਂਥ ਐਂਡ ਬ੍ਰੈਥ। 50th ਕੁਐਸਚਨ ਹੈ, ਚਾਰ ਮਜ਼ਦੂਰ ਇੱਕ ਦੀਵਾਰ ਨੂੰ 10 ਦਿਨ 'ਚ ਪੂਰਾ ਕਰਦੇ। ਧਿਆਨ ਨਾਲ ਸੁਣੋ, ਜੇ ਮਜ਼ਦੂਰ 4 ਲਗਾਵਾਂਗੇ ਤਾਂ ਕੰਮ 10 ਦਿਨਾਂ 'ਚ ਖਤਮ ਹੋਏਗਾ। ਧਿਆਨ ਨਾਲ ਸਮਝੋ। ਹੁਣ ਤੁਸੀਂ ਆਪਣੇ ਘਰ ਕੋਈ ਕੰਮ ਕਰਵਾ ਰਹੇ ਹੋ ਤੇ 4 ਮਜ਼ਦੂਰ ਲਗਾਏ, ਕੰਮ 10 ਦਿਨ 'ਚ ਖਤਮ ਹੋਇਆ। ਇਸ ਦੀਵਾਰ ਨੂੰ 5 ਦਿਨ ਵਿੱਚ ਪੂਰਾ ਕਰਨਾ ਆ। 5 ਦਿਨ ਵਿੱਚ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ, ਤੇ ਕਿੰਨੇ ਮਜ਼ਦੂਰ ਚਾਹੀਦੇ ਨੇ? ਮੰਨ ਲਓ X ਮਜ਼ਦੂਰ ਚਾਹੀਦੇ ਨੇ। ਹੁਣ ਇਹ ਗੱਲ ਦੱਸੋ, ਪਹਿਲਾਂ ਇਹ ਸਿੱਧਾ ਅਨੁਪਾਤ ਹੈ ਜਾਂ ਉਲਟਾ ਅਨੁਪਾਤ ਹੈ? ਦੇਖੋ ਜਿੱਦਾਂ ਜਿੱਦਾਂ ਮਜ਼ਦੂਰ ਨੂੰ ਵਧਾਵਾਂਗੇ ਕੰਮ ਜਲਦੀ ਖਤਮ ਹੋਏਗਾ। ਇਹਦਾ ਮਤਲਬ ਇੱਕ ਚੀਜ਼ ਵਧਾ ਰਹੇ ਹਾਂ ਤਾਂ ਦੂਜੀ ਘਟ ਰਹੀ ਹੈ। ਇਹ ਸਿੱਧਾ ਅਨੁਪਾਤ ਨਹੀਂ ਹੈ, ਉਲਟਾ ਅਨੁਪਾਤ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ। ਠੀਕ ਹੈ, ਹੁਣ ਕਰਨਾ ਕਿੱਦਾਂ ਹੈ? ਧਿਆਨ ਨਾਲ ਸੁਣਨਾ ਹੈ, ਧਿਆਨ ਨਾਲ ਸਮਝਣਾ। ਹੁਣ ਦੇਖੋ ਕਿੱਦਾਂ ਕਰਦੇ ਹਾਂ। ਉਲਟੇ ਅਨੁਪਾਤ ਦੇ ਵਿੱਚ ਅਸੀਂ ਕ੍ਰਾਸ ਮਲਟੀਪਲੀਕੇਸ਼ਨ ਨਹੀਂ ਕਰਦੇ ਬੇਟਾ, ਅਸੀਂ ਸਿੱਧੀ ਮਲਟੀਪਲੀਕੇਸ਼ਨ ਕਰਦੇ ਹਾਂ। 4 ਗੁਣਾ 10, ਠੀਕ ਹੈ ਜੀ, ਜਮਾ ਬਰਾਬਰ 5 ਗੁਣਾ x। ਯਾਦ ਰੱਖਣਾ ਹੈ, ਲਾਈਨ ਮਲਟੀਪਲੀਕੇਸ਼ਨ ਹੁੰਦੀ ਹੈ। ਜੇ ਮਜ਼ਦੂਰ ਤੇ ਦਿਨ ਉੱਪਰ ਲਿਖੇ ਹੈ ਤਾਂ ਇੱਦਾਂ, ਜੇ ਮਜ਼ਦੂਰ ਤੇ ਦਿਨ ਇੱਦਾਂ ਲਿਖੇ ਹੁੰਦੇ ਫਿਰ ਇੱਕ ਮਜ਼ਦੂਰ ਤੇ ਇੱਕ ਦਿਨ ਆਮਣੇ ਸਾਹਮਣੇ ਵਾਲੀ ਗੁਣਾ ਹੁੰਦੀ ਹੈ। ਤੇ ਕੀ ਆ ਗਿਆ, 4 ਗੁਣਾ 10 ਬਟਾ 5 ਬਰਾਬਰ x। 5 ਦੂਣੀ 10, ਇਹਦਾ ਮਤਲਬ ਕਿੰਨੇ ਮਜ਼ਦੂਰ ਚਾਹੀਦੇ ਨੇ ਆਪਾਂ ਨੂੰ? ਟੋਟਲ 8 ਮਜ਼ਦੂਰ ਚਾਹੀਦੇ ਨੇ ਉਸ ਕੰਮ ਨੂੰ 5 ਦਿਨ 'ਚ ਖਤਮ ਕਰਨ ਲਈ। ਉਸਨੇ ਸਾਨੂੰ ਪੁੱਛਿਆ ਸੀ ਕਿੰਨੇ ਹੋਰ ਮਜ਼ਦੂਰ, 4 ਮਜ਼ਦੂਰ ਤਾਂ ਸੀਗੇ, ਕਿੰਨੇ ਹੋਰ ਚਾਹੀਦੇ ਨੇ? 4 ਕੱਢ ਲਓ, ਮਤਲਬ 4 ਮਜ਼ਦੂਰ ਹੋਰ ਚਾਹੀਦੇ ਨੇ। ਪਹਿਲਾ ਆਪਸ਼ਨ ਤੁਹਾਡਾ ਰਾਈਟ ਆਨਸਰ ਹੋਏਗਾ। ਲੱਗੀ ਗੱਲ ਸਮਝ? ਇਹ ਉਲਟ ਅਨੁਪਾਤ ਦਾ ਸਵਾਲ ਸੀਗਾ, ਧਿਆਨ ਨਾਲ ਸਮਝਣਾ ਹੈ। ਹੁਣ ਆਪਾਂ 51 ਸਵਾਲ ਕਰਨ ਜਾ ਰਹੇ ਹਾਂ, 51। ਧਿਆਨ ਨਾਲ ਦੇਖੋ, 51ਵਾਂ ਸਵਾਲ ਹੈ ਬੇਟਾ, ਇੱਕ ਟਰੱਕ 25 ਮਿੰਟ ਵਿੱਚ 14 ਕਿਲੋਮੀਟਰ ਦੀ ਦੂਰੀ ਤੈਅ ਕਰਦਾ ਹੈ। ਧਿਆਨ ਨਾਲ ਸੁਣੋ, 25 ਮਿੰਟ ਵਿੱਚ, ਇੱਥੇ ਅਸੀਂ ਲਿਖਦੇ ਹਾਂ ਮਿੰਟ, ਇੱਧਰ ਲਿਖਦੇ ਹਾਂ ਦੂਰੀ। ਮਿੰਟ ਹੋਏ 25, ਦੂਰੀ ਹੈ 14 ਕਿਲੋਮੀਟਰ। ਜੇਕਰ ਗਤੀ ਇੱਕੋ ਜਿਹੀ ਰਹਿੰਦੀ ਹੈ ਤਾਂ 50 ਮਿੰਟ ਵਿੱਚ ਕਿੰਨੀ ਦੂਰੀ ਤੈਅ ਕਰੇਗਾ? ਦੂਰੀ ਦੇ ਵਿੱਚ x ਪਾਤਾ, ਧਿਆਨ ਨਾਲ ਸਮਝਣਾ ਹੈ। ਮਿੰਟ ਦੇ ਸਾਹਮਣੇ ਮਿੰਟ ਲਿਖਣਾ ਹੈ, ਦੂਰੀ ਦੇ ਸਾਹਮਣੇ ਦੂਰੀ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੰਨਾ, ਦੇਖੋ ਗਤੀ ਤਾਂ ਚੇਂਜ ਨਹੀਂ ਹੋ ਰਹੀ ਨਾ, ਗਤੀ ਸੇਮ ਆ। ਹੁਣ ਜੇਕਰ ਤੁਸੀਂ ਇੱਕੋ ਹੀ ਸਪੀਡ ਨਾਲ ਬਾਈਕ ਚਲਾ ਰਹੇ ਹੋ ਤਾਂ 25 ਮਿੰਟ ਵਿੱਚ ਜੇ 14 ਕਿਲੋਮੀਟਰ ਜਾਓਗੇ ਤਾਂ 50 ਮਿੰਟਾਂ ਦੇ ਵਿੱਚ ਸਾਰਿਆਂ ਨੂੰ ਪਤਾ ਕਿ
जो टाइम है डबल हो गया तो किलोमीटर भी डबल होंगे 28 है ना। लेकिन फिर भी ਅਸੀਂ पता करते हैं कितना पता करते हैं तिरछी गुना राही क्योंकि ये सीधा अनुपात है। टाइम ਵਧਾਉਣ ਨਾਲ ਸਮਾਂ ਵਧਾਇਆ तो दूरी भी ਵਧੀ। ਇਹਦਾ मतलब कितना करेंगे 25 गुणा x बराबर 14 गुणा 50। x पता करने ਲਈ ਅਸੀਂ 14 गुणा 50 ਦੇ ਥੱਲੇ 25 ਨੂੰ ਲਿਖਿਆ ਤੇ 25 ਦੇ ਪਹਾੜੇ ਤੇ ਕਟਿੰਗ ਕਰਨੀ ਸ਼ੁਰੂ ਕੀਤੀ। 25 एकम 25, 25 दूनी 50, 14 दूनी 28। तो इस तरह साडा कितना आंसर आ गया बेटा 28 आ चुका है आंसर। तो तुसीं देख सकते हो तुहाडा दूजा ऑप्शन इज द राइट आंसर। समझ लग गई कि आपां किद्दां करना है मिनट लिख के मिनट के सामने मिनट लिखना है दूरी के सामने दूरी लिखनी है। फिर उन्हें मिनट वधाते 50 किते तो दूरी पूछी उत्ते एक्स लिख लिया। हुण तुसीं ये देखना है कि मिनट के वधन नाल जो मिनट वधाए तो दूरी भी वध रही है। इसका मतलब है तिरछी गुणा वाला सीधा अनुपात है। 52 क्वेश्चन देखो 8 रुपये और 50 पैसे का अनुपात रूप डैश है। बेटा तुहानूं बार बार क्वेश्चन कराया गया है। उपर 8 रुपये लिखने ने थले 50 पैसे आ पर थले पैसे आ इस करके 8 नूं आपां नूं 100 नाल गुना करना होएगा। क्यों? क्योंकि रुपये नूं पैसे विच बदलण लई 100 नाल गुना की जाती है। ठीक है क्योंकि उपर नीचे पैसे आ तो उपर भी पैसे चाहिए ने। 50 एकम 50, 50 दूनी 100, 8 दूनी 16 तो 16 अनुपात 1 अनुपात रूप की होया 16 अनुपात 1 तुहाडा आंसर होएगा रेशो ऑफ ₹8 to 50 पैसे का। अगला क्वेश्चन देखो कहता है सबट्रैक्ट 5x बटा 8 माइनस 3x बटा 8। साਰਿਆਂ ਨੂੰ पता है कि जेकर हर सेम होवे ना तो उसनों सेम लिखीदा हुंदा है तो 5x माइनस 3x करना होंदा है। 5x के विचों 3x घटाए रह गए 2x बटा 8। 2 एकम 2, 2 चौके 8। ਇਹਦਾ मतलब आंसर आया x बटा 4। ऑप्शन डी इज़ द राइट आंसर ऑफ दिस क्वेश्चन। 53वां क्वेश्चन भी तुहाडा बिल्कुल सिंपल तरीके नाल खत्म हो चुका है। 54 क्वेश्चन देखो हेठ लिखिया विचों किहड़ा एक समांतर चतुर्भुज लही सही नहीं है। ध्यान नाल देखना बेटा। हुण समांतर चतुर्भुज हुंदा किद्दां दा है पहला देख लो। समांतर चतुर्भुज एक इदां दी फिगर हुंदी है जिहड़े आमने सामने वालियां भुजावां बिल्कुल समांतर ते बराबर हुंदियां ने। हुण इस दियां सन्मुख भुजावां बराबर हुंदियां ने बिल्कुल सही कह रहा है। मतलब उन्हें पूछा किहड़ा सही नहीं है ये सही है। इस दे सन्मुख कोण बराबर होंदे ने बिल्कुल सही। ये आमने सामने वाले कोण जिहड़े ने बराबर होंदे ने सही कह रहा है। इस दे विकर्ण एक दूजे नूं समदुभाजित करते हैं बिल्कुल सही कह रहा है कि इस दे जिहड़े विकर्ण एक दूजे नूं अद्धा अद्धा कर देंदे ने। इस दियां लागवियां भुजावां बराबर होंदियां ने। लागवियां भुजावां होंदियां ने आ नाल दियां इक्को ही बिंदु नाल टच होंदियां। दो लागवियां भुजावां कदे भी बराबर नहीं होंदियां। इहदा मतलब चौथा भाग जिहड़ा है वो इहदा सही नहीं हो सकता। इट्स एडजेसेंट साइड्स आर इक्वल नेवर। कभी भी एक पैरेललोग्राम दी एडजेसेंट साइड्स इक्वल नहीं होंदियां। इस तरह 54वां क्वेश्चन भी साडा खत्म हो गया है। हुण आपां 55 क्वेश्चन करन जा रहे हैं। ध्यान नाल देखियो हेठ दित्ती सारणी विच रीटा अते रेनू ਦੇ 3 विषयां ਦੇ अंक दिते गए हैं। उन्होंने प्राप्त औसत अंकों बारे जानकारी किहड़ा सही कथन है। बेटा औसत का याद रखो कभी भी कोई औसत कढ़नी हो तो फार्मूला की होंदा है अंकों का जोड़ मतलब 78 जमा 76 जमा 74 बटा अंकों की संख्या 3 बराबर है। इनू जोड़ करिए 6 4 10 से 8 18 8 उपर 1 7 21 तो 1 22 3 ने पढ़े तेन भाग करिए तो 7 21 6 18 76 आता है। इस तरह जे आप हुण रेनू के अंकों का औसत पता करिए तो 72 जमा 82 जमा 74 बटा 3 आएगा। जोड़ करिए तो 4 8 7 7 14 तो 8 22 बिल्कुल सेम ही आ गया बेटा जी। ਇਹਦਾ मतलब दोनों के औसत बराबर आए ने। पहला पार्ट है रीटा के औसत अंक। रीटा के औसत अंक रेनू तो ज़्यादा है नहीं गलत। रीटा के औसत अंक रेनू तो घट है ये भी गलत। रीटा तो रेनू के औसत अंक बराबर हैं बिल्कुल सही। एवरेज स्कोर ऑफ रीटा एंड रेनू आर इक्वल। तो इस तरह असी अपना 55वां क्वेश्चन भी बेटा जी कंप्लीट कर रहा है। हुण आपां 56वां क्वेश्चन करांगे। ध्यान नाल देखियो 56 क्वेश्चन है हामिद के बैंक खाते विच सारी रकम का देखो हामिद के बैंक सारी रकम का सारी रकम मैं एक्स मान ला तो की बन गया एक्स का 7/11 बराबर हिस्सा बराबर ये की लिखोगे देखो ध्यान नाल एक्स का 7/11 बराबर 77,000
इस गल नूं समझ लो बस सिंपल तरीके नाल 7/11 ऑफ ऑल मनी नूं मनिया गया एक्स, तो की लिखांगे 7/11 ऑफ एक्स बराबरे 77,000। इंग्लिश वाले बच्चे इदा लिखणगे, पंजाबी वाले इदा लिखणगे। सारिਆਂ ਨੂੰ पता है कि इंग्लिश ਵਿੱਚ ऑफ ਨੂੰ मल्टीप्लाई करने ਆ ਤੇ ਪੰਜਾਬੀ ਵਿੱਚ ਦਾ ਨੂੰ मल्टीप्लाई ਦਾ नाम ਦਿੰਦੇ ਆ। ਇਹਦਾ मतलब आंसर ਕੀ आएगा x गुणा 7/11 बराबर 77,000। ठीक है ना। ਹੁਣ ਇਹਨੂੰ ਹੱਲ ਕਿੱਦਾਂ ਕਰਾਂਗੇ, x ਨੂੰ ਇੱਥੇ ਰਹਿਣ ਦਾਂਗੇ, 77,000 ਦੇ ਕੋਲ ਕਿਹਨੂੰ ਭੇਜਾਂਗੇ, 11 ਜਾਏਗਾ ਉੱਪਰ ਨੂੰ ਤੇ 7 ਆ ਜਾਏਗਾ ਥੱਲੇ ਨੂੰ, ਕਿਉਂਕਿ ਜਦੋਂ ਆ ਗੁਣਾ ਹੋ ਰਹੀ ਹੈ ਤੇ 11 ਨੇ ਉੱਪਰ ਜਾਣਾ ਤੇ 7 ਨੇ ਨੀਚੇ ਆਣਾ। 7 ਦੇ ਬਾੜੇ ਤੇ ਕਟਿੰਗ ਕਰੀਏ तो 1,1,0,0 आता है तो गुणा करके आता है 1,2,1,0,0,0। ध्यान देखो 1,2,1,0,0,0। बी ऑप्शन इज द राइट आंसर ऑफ दिस क्वेश्चन बेटा। 57वां क्वेश्चन है कि एक इन्नी मीटर लंबी रस्सी नूं बराबर 2 टुकड़ियां विच कट्टिया जाना है, जिस विच हरेक दा माप 7 बराबर दे टुकड़ियां विच वंडिया जाना है, जिसदा हरेक दा माप इन्ना है तो किन्ने छोटे छोटे टुकड़े हैं। बेटा ध्यान रखो, जो एक बहुत वड्डी रस्सी के छोटे छोटे टुकड़े करने ने तो एक टुकड़े की लंबाई दी होवे तो दोनों को भाग करके असीं पता लगा सकते हैं कि नंबर ऑफ पीसिस किन्ने होणगे, छोटे छोटे टुकड़ियां की गिनती किन्नी होएगी। याद रखो, जो भी गिनती पूछी जाती है तो हमेशा भाग ही होंदी है। तो असीं की करन जा रहे हैं, ध्यान देखना है 1,1,7 1/3 नूं भाग करांगे 7 1/3 दे नाल। ਹੁਣ ਭਾਗ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਮਿਸ਼ਰਤ ਰੂਪ ਨੂੰ ਤੋੜਨਾ ਹੋਏਗਾ। ਅਸੀਂ 117 ਨੂੰ 3 ਗੁਣਾ ਕੀਤਾ 351 ਤੇ 352 ਆ ਗਿਆ। 352/3 ਭਾਗ 7 ਤੇ 1 ਤੇ 22/3। ਠੀਕ ਹੈ ਨਾ। ਹੁਣ ਭਾਗ ਨੂੰ ਜੇ ਗੁਣਾ ਦੇ ਵਿੱਚ ਬਦਲਣਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 352/3 ਤਾਂ ਸੇਮ ਰਹੇਗਾ, ਲੇਕਿਨ 22/3 ਦਾ ਬਣ ਜਾਏਗਾ 3/22। 3 ਤੇ 3 ਆਪਸ ਵਿੱਚ ਕੱਟੇ ਗਏ ਨੇ। ਹੁਣ 22 ਤੇ 352 ਨੂੰ ਕੱਟਣ ਦੀ ਕੋਸ਼ਿਸ਼ ਕਰਦੇ ਹਾਂ। 2 ਦੇ ਪਾੜੇ ਤੇ ਕੱਟਿਆ ਤਾਂ 11 ਆ ਗਿਆ, 2 ਦੇ ਪਾੜੇ ਤੇ ਕੱਟਿਆ ਤਾਂ ਸਾਡੇ ਕੋਲ ਆ ਗਿਆ 1, 15 7 दूनी 14, 176 बेटा जी। ਹੁਣ 11 ਦੇ ਪਾੜੇ ਤੇ 176 ਨੂੰ ਕੱਟਿਆ ਤਾਂ ਸਾਡੇ ਕੋਲ ਆ ਗਿਆ 11 × 11 11 × 11 11 ਛਿੱਕਾ 66 16। ਤੇ ਬੀ ਆਪਸ਼ਨ ਤੁਹਾਡਾ ਬਿਲਕੁਲ ਸਹੀ ਆਨਸਰ ਆਇਆ ਹੈ। ਧਿਆਨ ਨਾਲ ਸਮਝਣਾ ਇਸ ਕੁਐਸਚਨ ਨੂੰ। ਜਦੋਂ ਵੀ ਗਿਣਤੀ ਕੱਢਣੀ ਹੁੰਦੀ ਹੈ, ਛੋਟੇ ਛੋਟੇ ਟੁਕੜੇ ਪਤਾ ਕਰਨੇ ਹੁੰਦੇ ਨੇ ਤਾਂ ਭਾਗ ਕਰਦੇ ਆ। 58ਵਾਂ ਸਵਾਲ ਦੇਖੋ, द वैल्यू एक्स का मुल पता करो जे व्यंजक बराबर हो जाते हैं। फाइंड द वैल्यू ऑफ एक्स इफ द एक्सप्रैशनस आर इक्वल। तो आप इक्वल कर दें 3x - 4 बराबर 2x + 1। शायद पहला भी कर चुके हैं क्वेश्चन आप। 3x - 2x 2x इधर बुला लिया बराबर 1 दे कोल 4 माइनस तो प्लस बन गया। 3x चों 2x गए, x बराबर कितना आ गया 5। 5 आंसर तो आ चुका है। सी ऑप्शन इज द राइट आंसर। 1 तो 1000 तक कुल किन्नियां पूर्ण घन संख्यावां हैं। सारिਆਂ ਨੂੰ पता है कि बेटा 10 का घन जे 1000 है तो 10 ही पूर्ण संख्यावां घन संख्यावां होणगीਆਂ। ਇਹ ਤਾਂ ਆਪਾਂ बिना हल किते ही दस सकते हाँ। हेठ लिखिया विचों किहड़ा कथन सही है। ध्यान देखो, कहते हरेक संपूर्ण संख्या एक पूर्ण संख्या है, हरेक परिमेय संख्या एक पूर्ण संख्या है। मैं तुहानूं एक सौखा तरीका दसदा बेटा। सब तो पहला याद रखो, सब तो पहला तुहाडे कोल आंदी है प्राकृतिक संख्या। सब तो पहला किहड़ी प्राकृतिक संख्या याद रखना है, ठीक है। उस तो बाद तुहाडे कोल आंदी है पूर्ण संख्या, उस तो बाद तुहाडे कोल आंदी है संपूर्ण संख्या। प्राकृतिक, पूर्ण, संपूर्ण। हुण तुसीं ध्यान नाल देखना सारिਆਂ ने। फिर आंदी है परिमेय। हुण तुसीं देखो सारे, संपूर्ण संख्या एक पूर्ण संख्या ऊपर नूं जा रहा है ना, संपूर्ण पूर्ण दे कोल जा रहा है, गलत नहीं सही। हमेशा ऊपर ही रकम थले आ सकती है, थल्ले ऊपर नहीं जा सकती। परिमेय संख्या एक पूर्ण संख्या, परिमेय एक पूर्ण नहीं, थल्ले ऊपर जा रही है। पूर्ण संख्या प्राकृतिक संख्या, पूर्ण संख्या प्राकृतिक संख्या नहीं। संपूर्ण संख्या एक वास्तविक संख्या बेटा, इस तो बाद आती सी वास्तविक। संपूर्ण वास्तविक कोल जा सकती है, बिल्कुल सही। जिहड़ी रकम छोटी तो वड्डी जावे ना, वास्तविक तो सारियां होंदियां ने, ठीक है ना। तो छोटी तो वड्डी जाना जिहड़ा है वो सही होंदा है, वड्डी तो छोटी आना गलत होंदा है। तो इस तरह साडा 60 नंबर ते क्वेश्चन भी कंप्लीट हो चुका है। याद रखना है, सब तो पहला आंदा है नैचुरल, उस तो बाद आंदा है साडे कोल होल नंबर, उस तो बाद इंटीजर, उस तो बाद रैशनल, उस तो बाद रियल, ठीक है ना। हुण तुसीं देखो ना, इंटीजर होल नंबर, इंटीजर ऊपर जा रहा है, गलत है।
रैशनल होल नंबर ऊपर जा रहा सी गलत है, होल नंबर नैचुरल ऊपर जा रहा सी गलत है, इंटीजर रैशनल नीचे आ रहा है, इस करके सही है। ठीक है बेटा, इस तरीके नाल भी ਅਸੀਂ देख सकते हैं। ਹੁਣ ਆਪਾਂ 61ਵਾਂ क्वेश्चन करांगे। एक वर्गाकार टाइल का खेत्रफल दिता गया है, भुजा पता करनी है। याद रखो जो भुजा पता होवे, ध्यान रखना भुजा तो खेत्रफल कढ़ना है तो घात 2 लगती है। मन ध्यान सुनो, भुजा दिती होवे खेत्रफल कढ़ना है तो उन्होंने घात 2 लगानी है। जे खेत्रफल दिता है तो भुजा पता करनी है तो वर्गमूल लगाना है। ठीक है, तो ये बन गया 1/100, 1/10 तुहाडा आंसर आ गया, जिसनों असी 0.1 भी कह सकते हैं। ठीक है बेटा, याद रखना जे असी खेत्रफल दिता होवे भुजा पता करनी है तो वर्गमूल लगाना है, तो जे भुजा दी होवे खेत्रफल कढ़ना तो घात 2 लगानी है। तो 61वां क्वेश्चन भी साडा खत्म हो चुका है। हुण आपां 62वां क्वेश्चन करांगे। ध्यान नाल देखो 62वां क्वेश्चन देखो, इन्होंने इस तरीके नाल लिखा, अपन सही करके लिखते हैं। 5A B ते 3 तो आंसर 65 आना चाहिए है। तो ए ते बी का मुल पता करो, कुछ नहीं। जे ए नूं असीं 2 भरांगे, देखो ध्यान नाल, ए नूं मैं इत्थे 2 भरदा, 3 2 5 आ गया, बिल्कुल सही। बी नूं 3 भरूंगा तो 5 3 8 हो जाऊगा, ए तो नहीं हो सकता, आंसर गलत हो गया। ए नूं 3 भरांगा तो फिर 6 नहीं आना, गलत हो गया। ए नूं 2 भर के 5 आ गया, तो बी नूं 1 भर के 6 आ गया, बिल्कुल सही। इस तरह आप बार बार वैल्यूज़ नूं भर के भी आंसर पता कर सकते हैं। 63 नंबर पर है, हेठा दिते समय विच एक दिन के समान कितना समा होवेगा। ये जो समा दिते है, ये विचों एक दिन बनाना है पूरा बेटा। एक दिन 12 गुणा 12 घंटे, एक दिन के विच 12 गुणा 12 घंटे नहीं होंगे, 12 गुणा 2 24 घंटे होंगे ने, गलत। 24 गुणा 60 मिनट बेटा, एक दिन के विच 24 घंटे होंगे ने। ठीक है, तो एक घंटे में 60 मिनट होंगे ने, बिल्कुल सही कह रहा है बी ऑप्शन, ध्यान रखना है। चौथवां क्वेश्चन देखो, द टेबल शोज टेस्ट मार्क्स ऑब्टेन बाय द स्टूडेंट्स ऑफ अ क्लास। टेबल एक क्लास के विद्यार्थियों द्वारा प्राप्त किए गए टेस्ट के अंक दर्शाता है। किन्ने विद्यार्थियों ने 6 तो वध अंक प्राप्त किए, किन्ने विद्यार्थियों ने 6 तो वध अंक प्राप्त किए। तो देखो बेटा, किन्ने विद्यार्थियों ने 6 तो वध अंक प्राप्त किए हैं। 6 तो वध का मतलब 7 तो शुरू करना है ना। हुण 7 अंक प्राप्त किए है किन्ने, 2 बच्चों ने। ठीक है, 2 फिर 5 फिर 6 ते 4, 2 ते 5 7 ते 6 13 ते 4 17, टोटल 17 बच्चे ने जिन्होंने 6 तो वध अंक प्राप्त किए हैं। ध्यान नाल देखना है, तो डी ऑप्शन इज द राइट आंसर। जन्मदिन की पार्टी ते बच्चे तोहफे लैन लई चक्कर घुमाउंदे हन। खिडौना कार लैन की संभावना पता करनी है बेटा, कार लैन की संभावना पता करनी है। टोटल देखो साढ़े कोल 1 2 3 4 5 6 7 8, थले 8 होना है बेटा, ये पक्का हो गया। हुण साढ़े कोल जिहड़ी कार है बेटा वो किन्नियां ने, इक्को ही कार है बेटा। देखो इत्थे साढ़े कोल कार लगी है, इत्थे बॉल है, इत्थे बॉल है, इत्थे कार है, कुछ भी है, मान लो इक्को ही है। ਇਹਦਾ मतलब 1/8। जे कार 2 ਹੁੰਦੀਆਂ तो 2/8, जे कार 3 ਹੁੰਦੀਆਂ 3/8। इस करके ये तक दे आंसर हो ही नहीं सकता सीगा। ठीक है, हुण इत्थे डायग्राम साफ नहीं है। याद रखो जिन्नियां कारां इत्थे बणियां होणगियां उन्नियां रकमां उपर लिखणियां ने, थल्ले पक्के 8 होने ने। ठीक है बेटा, 66वां क्वेश्चन, 16 2/3 का निकटीकरण करना है बेटा। 16 2/9 जे गुणा करिए 16 ना 144 तो 2 146 हो गए। 146 नूं 9 नाल भाग करो, शाबाश फटाफट। 9 एकम 9, बकाया बचे 5 ऊपर 6 उतार लिया 56, 9 छिका 54, बकाया बचा 2 दशमलव का 0 लग गया, 9 दूनी 18। ਇਹਦਾ मतलब 16.2 ਦੇ ਨੇੜੇ ਤਾਂ 16 ਹੀ ਹੁੰਦਾ ਹੈ ਨਾ बेटा, 17 ਤਾਂ ਨਹੀਂ ਹੁੰਦਾ ਨਾ। 17 ਦਾ ਨੇੜੇ ਤਾਂ ਹੁੰਦਾ ਜੇ 16.5 ਜਾਂਦਾ। ठीक है ना बेटा, तो 16 ही ਇਹਦਾ ਨੇੜੇ ਹੋਏਗਾ। एक लड़की ने कमीज ਲਈ ਇੰਨੇ ਮੀਟਰ कपड़ा तो कुर्ते ਲਈ ਇੰਨੇ ਮੀਟਰ कपड़ा खरीदया, तो कुल कपड़ा खरीदਣ ਲਈ जोड़ते हैं। ਤੁਹਾਨੂੰ ਸਾਰਿਆਂ ਨੂੰ पता जोड़ करते हैं, ਇਹਦਾ मतलब 1/2, 1/2 ਦੇ ਵਿੱਚ जोड़ करांगे 2 1/4 ਨੂੰ। ਧਿਆਨ ਨਾਲ ਦੇਖਣਾ ਕਿੱਦਾਂ जोड़ करांगे। सब तो पहले मिश्र रूप तोड़ दिए, 2 एकम 2, एक जोड़िया 3/2 आ गया, 4 दूनी 8 ते 9/4 आ गया। हुण तुसीं ध्यान नाल देखो, तुहाडे कोल है
3/2 ਜਮਾ 9/4। ਇੱਥੇ 4 ਹੈ, ਇੱਥੇ 2 ਹੈ, ਇਹਨੂੰ 2 ਨਾਲ ਗੁਣਾ ਕਰ ਦਿਓ ਉੱਪਰ ਵੀ ਤੇ ਥੱਲੇ ਵੀ ਬੇਟਾ, ਤਾਂ ਕਿ 4 ਬਰਾਬਰ ਹੋ ਜਾਣ। ਹੁਣ 4 ਬਰਾਬਰ ਹੋ ਗਿਆ, 4 ਥੱਲੇ ਵੀ 4 ਇੱਧਰ ਵੀ। 3 ਦੂਣੀ 6 ਜਮਾ 9 ਕਿੰਨੇ ਹੋ ਗਏ ਬੇਟਾ 15/4। ਹੁਣ 15/4 ਨੂੰ ਜੇ ਮਿਸ਼ਰਤ ਰੂਪ ਦਈਏ ਤਾਂ ਯਾਦ ਰੱਖੋ 4 ਤੀਏ 12 ਤੇ 3 15, 3/4 ਬਣਦਾ ਹੈ, ਜੋ ਕਿ ਸਾਡੇ ਕੋਲ ਆਪਸ਼ਨ ਨੰਬਰ ਸੀ ਆਉਂਦਾ ਹੈ। ਯਾਦ ਰੱਖੋ ਜਦੋਂ ਵੀ ਕੱਪੜਾ ਥੋੜਾ ਕੱਪੜਾ ਇਹ ਖਰੀਦਿਆ ਥੋੜਾ ਇਹ ਖਰੀਦਿਆ ਕੁੱਲ ਪੁੱਛ ਰਿਹਾ ਤਾਂ ਜੋੜ ਕਰਨੀ ਬਣਦੀ ਹੈ। 68 ਨੰਬਰ ਤੇ ਹੈ ਇੱਕ ਬਕਸੇ ਵਿੱਚ 1 ਤੋਂ 10 ਨੰਬਰ ਤੱਕ ਦੀਆਂ ਸਲਿੱਪਾਂ ਹਨ। ਬਕਸੇ ਵਿਚਲੀਆਂ ਸਲਿੱਪਾਂ ਨੂੰ ਅੱਛੀ ਤਰ੍ਹਾਂ ਮਿਲਾ ਕੇ ਵਿੱਚੋਂ ਇੱਕ ਸਲਿੱਪ ਕੱਢੀ ਜਾਣੀ ਹੈ। ਸੰਭਾਵਨਾ ਕੀ ਹੈ ਕਿ ਜਿਸ ਸੰਖਿਆ ਨਿਕਲੇਗੀ, ਪਹਿਲਾਂ ਦੱਸੋ ਟੋਟਲ ਨੰਬਰ ਵਾਲੀ ਸਲਿੱਪਾਂ ਹੈ ਕਿੰਨੀਆਂ, ਉਹ ਥੱਲੇ ਲਿਖ ਦਿਓ 10। ਗੱਲ ਸਮਝ ਲੱਗ ਗਈ। ਹੁਣ ਜਿਸ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਜਿਸ ਸੰਖਿਆਵਾਂ ਹੁੰਦੀਆਂ ਨੇ 2 4 6 8 ਤੇ 10, ਕਿੰਨੀਆਂ ਸਲਿੱਪਾਂ ਜਿਹੜੀ ਜਿਸ ਨੇ 1 2 3 4 5, ਇਹਦਾ ਮਤਲਬ ਆਂਸਰ ਕਿੰਨਾ ਆਏਗਾ 5/10। ਇਹ ਸਾਡਾ ਇਸ ਸਵਾਲ ਦਾ ਆਂਸਰ ਹੋਏਗਾ। ਅਸੀਂ ਆਪਸ਼ਨ ਚੈੱਕ ਕਰ ਲੈਂਦੇ ਹਾਂ, ਸਾਡੇ ਕੋਲ ਆਪਸ਼ਨ ਦਿੱਤੀਆਂ ਗਈਆਂ ਨੇ, 5/10 ਸਾਡਾ ਆਪਸ਼ਨ ਟਿਕ ਹੋ ਚੁੱਕਾ ਹੈ। 69 ਕੁਐਸਚਨ ਸਾਨੂੰ ਕਹਿੰਦਾ ਹੈ ਕਿ ਦਿੱਤੇ ਪਾਈ ਚਾਰਟ ਨੂੰ ਵੇਖੋ ਤੇ ਦੱਸੋ ਇਸ ਕਿਸ ਵਿਅਕਤੀ ਕੋਲ 1/5 ਵੋਟਾਂ ਹਨ। ਧਿਆਨ ਨਾਲ ਦੇਖਣਾ ਹੈ, ਕਿਸ ਵਿਅਕਤੀ ਕੋਲ 1/5 ਵੋਟਾਂ ਹੋਣਗੀਆਂ। ਬੇਟਾ ਡਾਇਗਰਾਮ ਕਲੀਅਰ ਨਹੀਂ ਆ ਰਿਹਾ ਹੈ, ਯਾਦ ਰੱਖੋ 1/5। ਸੀ ਦ ਗਿਵਨ ਚਾਰਟ ਐਂਡ ਟੈਲ ਵਿਚ ਪਰਸਨ ਹੈਜ਼ 1/5 ਆਫ ਦਾ ਵੋਟ। ਤਾਂ ਤੁਸੀਂ ਜਿਹੜੇ ਡੱਬੇ ਦੇ ਵਿੱਚ 20% ਲਿਖਿਆ ਹੋਏਗਾ ਉਹ ਪੂਰੇ ਦਾ 5ਵਾਂ ਹਿੱਸਾ ਹੋ ਗਿਆ ਨਾ, ਪੂਰੇ 1 ਦਾ 5ਵਾਂ ਹਿੱਸਾ ਹੋ ਜਾਏਗਾ ਤੇ ਉਹਨੂੰ ਟਿਕ ਕਰ ਦਈਓ। ਇਹ 69 ਕੁਐਸਚਨ ਦਾ ਡਾਇਗਰਾਮ ਕਲੀਅਰ ਨਾ ਹੋਣ ਕਰਕੇ ਤੁਹਾਨੂੰ ਪੂਰਾ ਸਮਝਾਇਆ ਨਹੀਂ ਸਕ ਰਿਹਾ। ਅਗਲਾ ਕੁਐਸਚਨ ਦੇਖੋ, 70 ਨੰਬਰ ਤੇ ਲਿਖਿਆ ਹੈ 3/5 ਭਾਗ 5/3 ਬਰਾਬਰੇ 3/5 ਗੁਣਾ। ਮੈਂ ਤੁਹਾਨੂੰ ਦੱਸਿਆ ਸੀ ਜਦੋਂ ਵੀ ਭਾਗ ਨੂੰ ਗੁਣਾ ਵਿੱਚ ਬਦਲਦੇ ਹਾਂ, ਭਾਗ ਨੂੰ ਗੁਣਾ ਵਿੱਚ ਬਦਲਣ ਦਾ ਮਤਲਬ ਹੈ ਭਾਗ ਤੋਂ ਬਾਅਦ ਵਾਲੀ ਰਕਮ ਦਾ ਉਲਟ ਕਰ ਦੇਣਾ, ਮਤਲਬ 3 ਉੱਪਰ 5 ਥੱਲੇ। ਤੇ ਕਿੰਨਾ ਆਂਸਰ ਆਊਗਾ 3/5 ਗੁਣਾ 3/5। ਦੇਖੋ 3/5 ਕਿੱਥੇ ਆ ਰਿਹਾ 3/5, 3 ਤੀਆ 9, ਇਹ ਵੀ ਨਹੀਂ ਹੁੰਦਾ 3/5, ਕੋਈ ਨਾ ਕੋਈ ਇੱਧਰ ਦੇਖੋ 2 ਤੀਆ 2 ਪੰਜੇ 6/10 ਨੂੰ ਆਪਾਂ 3/5 ਕਹਿ ਸਕਦੇ ਹਾਂ। 71 ਨੰਬਰ ਤੇ 1/5 1/5 1/5 1/5 ਕਿੰਨੀ ਵਾਰੀ 1/5 ਆਏ 4 ਵਾਰੀ, ਤੇ 4 ਗੁਣਾ 1/5 ਤੁਹਾਡਾ ਆਂਸਰ ਆ ਗਿਆ ਹੈ। ਇਹ ਆਪਸ਼ਨ ਇਸ ਦਾ ਰਾਈਟ ਆਂਸਰ। 72ਵਾਂ ਕੁਐਸਚਨ ਹੈ ਕਿ ਇੱਕ ਕ੍ਰਿਕਟ ਮੈਚ ਵਿੱਚ ਇਹ ਪਤਾ ਕਰਨ ਲਈ ਕਿ ਕੌਣ ਪਹਿਲਾਂ ਖੇਡੇਗਾ ਸਿੱਕਾ ਉਛਾਲਿਆ ਜਾਂਦਾ ਹੈ। ਤੁਹਾਡੀ ਟੀਮ ਪਹਿਲਾਂ ਖੇਡੇਗੀ, ਇਸ ਦੀ ਕੀ ਸੰਭਾਵਨਾ ਬੇਟਾ। ਦੇਖੋ ਜਦੋਂ ਆਪਾਂ ਸਿੱਕਾ ਉਛਾਲਦੇ ਹਾਂ ਤਾਂ ਟੋਟਲ ਚਾਂਸ 2 ਹੁੰਦੇ ਨੇ ਕਿ ਜਾਂ ਤਾਂ ਹੈੱਡ ਆਏਗਾ ਜਾਂ ਟੇਲ ਆਏਗਾ, ਲੇਕਿਨ ਜੇ ਜਿੱਤਣ ਲਈ ਹੈੱਡ ਹੋਏਗਾ ਤਾਂ ਹੈੱਡ ਤਾਂ ਇੱਕੋ ਵਾਰੀ ਆ ਸਕਦਾ ਨਾ, ਤੇ ਇਹਦਾ ਮਤਲਬ 1/2 ਤੁਹਾਡਾ ਆਂਸਰ ਹੋਏਗਾ, ਜਿੱਤਣ ਲਈ ਵੀ ਤੇ ਹਾਰਨ ਲਈ ਵੀ। ਜਦੋਂ ਵੀ ਸਿੱਕਾ ਉਛਾਲਿਆ ਜਾਂਦਾ ਹੈ ਤਾਂ ਦੋਨੋਂ ਤਰਫ ਦੀ ਸੰਭਾਵਨਾ 1/2 ਹੁੰਦੀਆਂ ਨੇ, ਅੱਧੀ ਸੰਭਾਵਨਾ। ਵਿਚ ਆਫ ਦਾ ਫੋਲੋਇੰਗ ਐਕਸਪ੍ਰੈਸ਼ਨ ਸ਼ੋਜ਼ ਦੈਟ ਰੈਸ਼ਨਲ ਨੰਬਰ ਆਰ ਐਸੋਸੀਏਟਿਵ। ਐਸੋਸੀਏਟਿਵ ਮਤਲਬ ਸਹੀ ਚਾਰਿਤਾ ਗੁਣ ਕੀ ਹੁੰਦਾ ਹੈ, A B ਤੇ C 3 ਬਿੰਦੂਆਂ ਤੇ ਲੱਗਦਾ ਹੈ ਸਹੀ ਚਾਰਿਤਾ ਗੁਣ। ਪਹਿਲਾ ਬ੍ਰੈਕਟ ਜਿਹੜੀ ਹੈ ਇਸ ਪਾਸੇ ਹੁੰਦੀ ਹੈ ਦੋਨਾਂ ਤੇ, ਫਿਰ ਪਹਿਲੇ ਵਾਲੇ ਤੇ ਆ ਜਾਂਦੀ, ਬਸ ਬ੍ਰੈਕਟ ਦਾ ਹੇਰ ਫੇਰ ਹੁੰਦਾ ਹੈ। ਹੁਣ ਤੁਸੀਂ ਦੇਖੋ ਜਰਾ 2/3 2/3 6 ਬਿਲਕੁਲ ਸੇਮ ਰਕਮਾਂ ਲਿਖੀਆਂ ਗਈਆਂ ਦੇਖੋ ਤੁਹਾਡੇ ਸਾਹਮਣੇ ਹੈ, ਪਰ ਇੱਥੇ ਰਕਮ ਪਲਟ ਦਿੱਤੀਆਂ, ਇੱਥੇ ਰਕਮ ਵੀ ਪਲਟ ਦਿੱਤੀਆਂ ਨੇ। ਪਹਿਲਾ ਹੀ ਆਪਸ਼ਨ ਤੁਹਾਡਾ ਰਾਈਟ ਆਂਸਰ ਹੋਏਗਾ। ਤੇ ਇਸ ਤਰ੍ਹਾਂ ਸਾਡਾ 73 ਨੰਬਰ ਵਾਲਾ ਸਵਾਲ ਵੀ ਕੰਪਲੀਟ ਹੋ ਚੁੱਕਾ ਹੈ। 74 ਕੁਐਸਚਨ ਹੈ ਸੰਖਿਆਵਾਂ ਦੇ ਦਿੱਤੇ ਪੈਟਰਨ ਵਿੱਚ ਅਗਲੀਆਂ ਸੰਖਿਆਵਾਂ ਕੀ ਹੋਈ। ਦੇਖੋ 1 ਫਿਰ 4 2 ਦੀ ਘਾਤ 2 ਹੁੰਦਾ ਹੈ, 9 3 ਦੀ ਘਾਤ 2 ਹੁੰਦਾ ਹੈ, 16 4 ਦੀ ਘਾਤ 2 ਹੁੰਦਾ ਹੈ, 25 5 ਦੀ ਘਾਤ 2 ਹੁੰਦਾ ਹੈ, ਫਿਰ 6 ਦੀ ਘਾਤ 2 ਤੇ 7 ਦੀ ਘਾਤ 2, 36 ਤੇ 49। B ਆਪਸ਼ਨ ਇਜ਼ ਦਾ ਰਾਈਟ ਆਂਸਰ। ਠੀਕ ਹੈ ਬੇਟਾ। ਤੇ ਇਸ ਤੋਂ ਬਾਅਦ 75ਵਾਂ ਲਾਸਟ ਕੁਐਸਚਨ ਤੁਹਾਡਾ ਇਸ ਅਸਾਈਨਮੈਂਟ ਦਾ ਕਹਿੰਦਾ ਹੈ ਕਿ 250 ਤੇ 300 ਦੇ ਵਿਚਕਾਰ 250 ਤੇ 300 ਦੇ ਵਿਚਕਾਰ ਕਿੰਨੇ ਘਰ ਨੇ। 0 ਤੋਂ ਬਾਅਦ ਹੈ 2 2 ਮਤਲਬ 1 0 1 1 ਘਰ ਹੈ, ਤੇ 150 ਤੇ 200 ਦੇ ਵਿਚਕਾਰ ਹੈਗੇ ਦੇਖੋ ਬੇਟਾ ਜੀ 8 ਤੇ 1 9 ਘਰ। ਕਹਿੰਦਾ ਹੈ ਕਿ ਇਹਨਾਂ ਦੇ ਵਿਚਕਾਰ ਕਿੰਨੇ ਹੋਰ ਘਰਾਂ ਦਾ ਖੇਤਰਫਲ ਹੈ। ਇਹਨਾਂ ਦੇ ਵਿਚਕਾਰ ਤਾਂ 8 ਘਰ ਹੋਰ ਨੇ ਨਾ, ਇੱਕ ਘਰ ਇਹਦਾ 9 ਘਰ ਦੇ ਵਿਚਕਾਰ 8 ਹੋਰ ਘਰਾਂ ਦਾ ਖੇਤਰਫਲ ਹੋਏਗਾ। ਇਸ ਤਰ੍ਹਾਂ ਬੇਟਾ 75 ਕੁਐਸਚਨ ਤੁਹਾਡੇ ਖਤਮ ਹੋ ਚੁੱਕੇ ਨੇ। ਮੈਨੂੰ ਪੂਰਾ ਯਕੀਨ ਹੈ ਬੇਟਾ ਇਹਨਾਂ 75 ਕੁਐਸਚਨਾਂ ਦੇ ਵਿੱਚੋਂ ਤੁਹਾਨੂੰ 32 ਨੰਬਰ ਦਾ ਪੇਪਰ ਮਿਲਣ ਦੇ ਪੂਰੇ ਚਾਂਸ ਨੇ। ਇਸ ਕਰਕੇ ਕੋਸ਼ਿਸ਼ ਕਰੋ ਕਿ ਇਹਨਾਂ 75 ਕੁਐਸਚਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ, ਚੰਗੀ ਤਰ੍ਹਾਂ ਸੁਣੋ ਮੇਰੀ ਵੀਡੀਓ ਨੂੰ, ਤੇ ਬਾਰ-ਬਾਰ ਕਰਕੇ ਦੇਖੋ। ਜੇ ਇਹਨਾਂ ਕੁਐਸਚਨਸ ਦੀ ਤੁਹਾਨੂੰ PDF ਦੀ ਜ਼ਰੂਰਤ ਹੋਏਗੀ ਤਾਂ ਜ਼ਰੂਰ ਤੁਸੀਂ ਮੈਨੂੰ ਇਸ ਮੇਰੇ WhatsApp ਨੰਬਰ ਤੇ 8146996635 ਤੇ ਮੈਸੇਜ ਕਰਕੇ
ਮੇਰੇ ਤੋਂ ਇਸ PDF ਨੂੰ ਮੰਗਾ ਸਕਦੇ ਹੋ ਤਾਂ ਜੋ ਤੁਸੀਂ ਆਪਣੀ ਕਾਪੀ 'ਤੇ ਵਧੀਆ ਤਰੀਕੇ ਨਾਲ ਉਤਾਰ ਸਕੋ ਅਤੇ ਬਾਰ-ਬਾਰ ਦੁਹਰਾਈ ਵੀ ਕਰ ਸਕੋ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ, ਅਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਉਸਨੂੰ ਲਾਈਕ ਕਰਿਓ ਅਤੇ ਵੱਧ ਤੋਂ ਵੱਧ ਬੱਚਿਆਂ ਨਾਲ ਸ਼ੇਅਰ ਕਰਿਓ, ਤਾਂ ਕਿ ਇਸ ਪੀਰੀਅਡ ਦੇ ਵਿੱਚ ਜਿੱਥੇ ਅਸੀਂ ਸਕੂਲ ਜਾਣਾ ਸ਼ੁਰੂ ਤਾਂ ਕੀਤਾ ਹੈ ਲੇਕਿਨ ਹਜੇ ਪੜ੍ਹਾਈ ਪ੍ਰੋਪਰ ਤਰੀਕੇ ਨਾਲ ਸ਼ੁਰੂ ਹੋ ਨਹੀਂ ਸਕੀ, ਤੁਹਾਨੂੰ ਬੈਨੀਫਿਟ ਹੋ ਸਕੇ ਅਤੇ ਬਾਕੀ ਬੱਚੇ ਵੀ ਇਸ ਦਾ ਫਾਇਦਾ ਲੈ ਸਕਣ ਬੇਟਾ।